ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਲਿਹਾਰੇ ਗੁਰ ਆਪਣ ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੇ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂ ਹੀ ਪਾਤਸ਼ਾਹ ਕੇ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸੁਭਾਏਮਾਨ ਸਤਿਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਵਨ ਬਚਨ ਨੇ ਬਲਿਹਾਰੀ ਤਿਨਾ ਗੁਰ ਸਿੱਖਾਂ ਪਾਏ ਭਗਤ ਗੁਰ ਪਰਬ ਕਰਨ ਦੇ। ਭਾਵ ਮੈਂ ਉਹਨਾਂ ਗੁਰਮੁਖ ਪਿਆਰਿਆਂ ਤੇ ਬਲਿਹਾਰ ਜਾਂਦਾ ਸਦਕੇ ਜਾਂਦਾ ਹਾਂ ਜਿਹੜੇ ਸਤਿਗੁਰਾਂ ਦੇ ਪੁਰਬ ਨੂੰ ਬੜੀ ਹੀ ਸ਼ਰਧਾ ਦੇ ਨਾਲ ਖੁਸ਼ੀਆਂ ਦੇ ਨਾਲ ਮਨਾਉਂਦੇ ਹਨ। ਅੱਜ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਅੰਮ੍ਰਿਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਮੁਖ ਪਿਆਰੇ ਬੈਠੇ ਹੋਏ ਨੇ ਅੱਜ ਸਤਿਗੁਰਾਂ ਦੇ ਪੁਰਬ ਨੂੰ ਮਨਾ ਕਰਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ। ਸੋ ਆਪ ਸਮੂਹ ਸੰਗਤ ਵੀ ਧੰਤਾਂ ਦੇ ਯੋਗ ਅਤੇ ਵਡਭਾਗੀ ਹੋ ਜੋ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਕਰਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਧ ਸੰਗਤ ਜੀ, ਅੱਜ ਦਾਸ ਆਪ ਜੀ ਦੇ ਸਾਹਮਣੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਹਾਨ ਸ਼ਖਸੀਅਤ ਬਾਰੇ ਕੁਝ ਕੁ ਵਿਚਾਰ ਪੇਸ਼ ਕਰਨ ਜਾ ਰਿਹਾ ਹੈ। ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਦੇ ਸਿਰਜਣਹਾਰ, ਸੰਤ ਸਿਪਾਹੀ, ਸੰਕਲਪ ਦੇ ਸਿਧਾਂਤਕਾਰ, ਦਾਨੀ, ਮਹਾਨ ਕਵੀ, ਦੂਰਦਰਸ਼ਕ, ਨੀਤੀਵਾਨ, ਨਿਧੜਕ, ਨਿਰਵੈਰ ਜਰਨੈਲ, ਸਮੁੱਚੀ ਮਨੁੱਖਤਾ ਦੇ ਰਹਿਬਰ, ਸਾਹਿਬੇ ਕਮਾਲ, ਸਾਹਿਬੇ ਅਨਬਰ, ਸਾਹਿਬ ਸਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਹੀ ਸੰਸਾਰ ਦੇ ਵਾਹਿਦ ਯੁਗ ਪਲਟਾਓ ਮਹਾਨ ਪੁਰਸ਼ ਸਨ, ਜਿਨ੍ਹਾਂ ਅੰਦਰ ਇਤਨੇ ਗੁਣ ਪ੍ਰਕਾਸ਼ਮਾਨ ਹੋਏ ਕਿ ਆਪ ਜੀ ਦੀ ਸਰਵਪੱਖੀ ਸ਼ਖਸੀਅਤ ਦੀ ਥਾਂ ਪਾ ਸਕਣੀ ਅਸੰਭਵ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਰਤੀ ਇਤਿਹਾਸ ਨੂੰ ਇੱਕ ਅਜਿਹਾ ਮੋੜ ਦਿੱਤਾ ਕਿ ਨਾ ਕੇਵਲ ਹਿੰਦੁਸਤਾਨੀਆਂ ਦੇ ਗਲ ਵਿੱਚ ਸਦੀਆਂ ਤੋਂ ਪਏ ਹੋਏ ਗੁਲਾਮੀ ਦੇ ਸੰਗਲ ਟੁੱਟ ਕੇ ਪਰੇ ਜਾ ਪਏ, ਸਗੋਂ ਬ੍ਰਾਹਮਣਵਾਦ ਦੀਆਂ ਹਜ਼ਾਰਾਂ ਸਾਲ ਦੀਆਂ ਜਾਤ ਪਾਤ ਤੇ ਛੂਤ ਛਾਤ ਦੀਆਂ ਜੰਜੀਰਾਂ ਵੀ ਟੁੱਟਣੀਆਂ ਸ਼ੁਰੂ ਹੋ ਗਈਆਂ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਪਰਵਾਦੀ ਕਰਮ ਕਾਂਡਾਂ ਤੇ ਭਰਮ ਭੁਲੇਖਿਆਂ ਅਤੇ ਊਚ ਨੀਚ ਦੇ ਟੋਏ ਟਿੱਬਿਆਂ ਨੂੰ ਪੱਧਰਾ ਕਰਕੇ ਸਭ ਨੂੰ ਖੰਡੇ ਵਾਟੇ ਦਾ ਪਾਹੁਲ ਅੰਮ੍ਰਿਤ ਛਕਾ ਕਰਕੇ ਬਰਾਬਰਤਾ ਸਮਾਨਤਾ ਦੀ ਲੜੀ ਵਿੱਚ ਪਰੋਇਆ। ਅਜਿਹਾ ਧਾਰਮਿਕ, ਸਮਾਜਿਕ ਤੇ ਰਾਜਸੀ ਕਾਮਯਾਬ ਇਨਕਲਾਬ ਨਾ ਕੋਈ ਲਿਆਂਦਾ ਹੈ ਤੇ ਨਾ ਹੀ ਕੋਈ ਲਿਆ ਸਕੇਗਾ।
ਲਾਲਾ ਦੌਲਤ ਰਾਏ ਜੋ ਆਰੀਆ ਸਮਾਜ ਦੇ ਉੱਘੇ ਪ੍ਰਚਾਰਕ ਸਨ, ਜਿਨ੍ਹਾਂ ਨੇ ਸਨ 1906 ਦੇ ਵਿੱਚ ਕਿਤਾਬ ਲਿਖੀ ਸੁਆਨੇ ਉਮਰੀ, ਜੋ ਆਰੀਆ ਸਮਾਜ ਦੇ ਉੱਘੇ ਪ੍ਰਚਾਰਕ ਨੇ ਪਰ ਕਥਾ ਲਿਖ ਰਹੇ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਦੀ, ਮੁਤਾਸਰ ਹੋ ਗਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਤੋਂ। ਆਪਣੀ ਕਿਤਾਬ ਦੀ ਭੂਮਿਕਾ ਦੇ ਵਿੱਚ ਉਹ ਲਿਖਦੇ ਨੇ ਕਿ हे ਪਾਤਸ਼ਾਹ, हे ਪਰਮਾਤਮਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਹਾਨ ਸ਼ਖਸੀਅਤ ਕਿਹੋ ਜਿਹੀ ਹੈ। ਭੂਮਿਕਾ ਦੇ ਵਿੱਚ ਲਿਖਦੇ ਨੇ ਕਿ ਰੱਬ ਦੀ ਸਾਰੀ ਸਿਆਣਪ ਇਕੱਠੀ ਹੋਈ, ਪਰਮਾਤਮਾ ਦਾ ਸਾਰਾ ਇਲਮ ਇਕੱਠਾ ਹੋਇਆ, ਪਰਮਾਤਮਾ ਦੀ ਸਾਰੀ ਸੂਝ-ਬੂਝ ਇਕੱਠੀ ਹੋਈ, ਈਸ਼ਵਰ ਦੀ ਸਾਰੀ ਬਖਸ਼ਿਸ਼ ਇਕੱਠੀ ਹੋਈ ਤੇ ਬਣੇ ਨੇ ਗੁਰੂ ਗੋਬਿੰਦ ਸਿੰਘ। ਕਹਿੰਦੇ हे ਈਸ਼ਵਰ, ਤੇਰੀ ਸਿਆਣਪ ਦਾ ਇੰਤਹਾ ਹੋ ਗਿਆ, ਤੇਰੀ ਬਖਸ਼ਿਸ਼ ਆਖਰੀ ਬੰਨਿਆਂ ਤੇ ਟਪ ਗਈ ਅਤੇ ਤੇਰੀ ਜਿਹੜੀ ਬਣਾਉਣ ਦੀ ਕਾਰੀਗਰੀ ਹੈ, ਜਿਹੜਾ ਤੇਰਾ ਬਣਾਉਣ ਦਾ ਢੰਗ ਹੈ, ਉਹ ਵੀ ਸਿਖਰ ਤੇ ਪੁੱਜ ਗਿਆ। ਤੂੰ ਐਸਾ ਬੰਦਾ ਵੀ ਬਣਾ ਸਕਦਾ ਹੈ, ਘੜ ਸਕਦਾ ਹੈ, ਜੋ ਅੰਦਰੋਂ ਤੇ ਬਾਹਰੋਂ ਮੁਕੰਮਲ ਹੋਵੇ, ਜਿਸ ਦਾ ਦਿਮਾਗ ਸਰਫੇਜ ਹੋਵੇ, ਜਿਸ ਦਾ ਦਿਮਾਗ ਸਰਫੇਜ ਹੋਵੇ, ਤੂੰ ਐਸਾ ਬੰਦਾ ਵੀ ਘੜ ਸਕਦਾ ਹੈ। ਅੱਲਾ ਯਾਰਖਾ ਜੋਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਖਸੀਅਤ ਨੂੰ ਲਿਖਣ ਵਾਸਤੇ ਸ਼ਬਦਾਂ ਦੀ ਘਾਟ ਮਹਿਸੂਸ ਕਰਦਾ ਹੈ। ਉਹ ਲਿਖਦਾ ਹੈ, इंसाफ करे ज़माना जी में तो एक ही है, इंसाफ करे ज़माना जी में तो एक ही है, कह दो कि गुरु गोविंद सिंह का सानी ही नहीं है। करतार की सौगंध नानक की कसम है, जितनी भी हो तारीफ गोविंद की वो कम है, जितनी भी हो तारीफ गोविंद की वो कम है। हर चंद मेरे हाथ में पुरजोर कलम है, सतगुरु के लिखूं वसफ कहाँ ताब रकम है, सतगुरु के लिखूं वसफ क्या ताब रकम है। भाव ਅੱਲਾ ਅਰਖਾ ਜੋਗੀ ਵਰਗਾ ਵੀ ਸ਼ਬਦਾਂ ਦੀ ਘਾਟ ਮਹਿਸੂਸ ਕਰਦਾ ਹੋਇਆ ਲਿਖਦਾ ਹੈ, ਕਹਿੰਦੇ ਕਰਤਾਰ ਕੀ ਸੌਗੰਧ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਉਹ ਕਮ ਹੈ, ਕਿ ਜਿੰਨੀ ਵੀ ਮੈਂ ਤਾਰੀਫ ਕਰਾਂ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਦੀ ਉਹ ਘੱਟ ਹੈ, ਬਹੁਤ ਘੱਟ ਹੈ। टी.एल. ਵਾਸਵਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਤਰੰਗੀ ਪੀਂਘ ਦੇ ਨਾਲ ਤੁਲਨਾ ਕਰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਖਸੀਅਤ ਬਾਰੇ ਮੁਹੰਮਦ ਲਤੀਫ ਲਿਖਦਾ ਹੈ ਆਪਣੀ ਕਿਤਾਬ ਦੇ ਵਿੱਚ, ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਲਿਖਣ ਵਾਸਤੇ ਮੈਂ ਬੜੇ ਫਕਰ ਦੇ ਨਾਲ ਕਲਮ ਚੁੱਕੀ ਸੀ ਤੇ ਮੇਰੇ ਹੱਥ ਰੁਕ ਗਏ। ਪੁੱਛਿਆ ਬਈ ਕਿਉਂ? ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੋਈ ਇੱਕ ਰੂਪ ਨਹੀਂ। ਮੈਂ ਵੇਖਦਾ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਦੇ ਹੱਥ ਵਿੱਚ ਕਲਮ ਹੈ, ਲਿਖ ਰਹੇ ਨੇ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ, ਕਲਮ ਦੇ ਵਿੱਚੋਂ ਨਗਮੇ ਨਿਕਲ ਰਹੇ ਹਨ ਤੇ ਮੈਂ ਵੇਖਦਾ ਵੀ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਸ਼ਾਇਰ ਨੇ, ਕਵੀ ਹਨ। ਜਦੋਂ ਮੈਂ ਇੱਕ ਸ਼ਾਇਰ ਦੀ, ਇੱਕ ਕਵੀ ਦੀ ਕਥਾ ਲਿਖਣ ਲੱਗਦਾ ਹਾਂ ਤਾਂ ਮੈਂ ਵੇਖਦਾ ਉਹਨਾਂ ਦੇ ਹੱਥ ਦੇ ਵਿੱਚ ਤਲਵਾਰ ਵੀ ਹੈ, ਉਹ ਜੰਗੇ ਮੈਦਾਨ ਦੇ ਵਿੱਚ ਜੂਝਦੇ ਪਏ ਨੇ ਤੇ ਮੈਨੂੰ ਇੰਝ ਲੱਗਦਾ ਹੈ ਜਿਵੇਂ ਕੋਈ ਸਿਪਾਹੀ ਹੋਵੇ, ਕੋਈ ਸੂਰਮਾ ਹੋਵੇ। ਜਦੋਂ ਮੈਂ ਇੱਕ ਸੂਰਮੇ ਦੀ ਕਥਾ ਲਿਖਣ ਲੱਗਦਾ ਹਾਂ ਤਾਂ ਮੇਰਾ ਧਿਆਨ ਜਾਂਦਾ ਦੂਜੇ ਪਾਸੇ, ਉਹ ਤਖਤ ਤੇ ਸੁਭਾਇਮਾਨ ਨੇ, ਉਦੋਂ ਮੈਨੂੰ ਬਾਦਸ਼ਾਹ ਪਏ ਦਿਸਦੇ ਨੇ, ਸਹਿਨਸ਼ਾਹ ਦਿਸਦੇ ਹਨ। ਤੇ ਜਦੋਂ ਮੈਂ ਇੱਕ ਸਹਿਨਸ਼ਾਹ ਦੀ ਕਥਾ ਲਿਖਦਾ, ਬਾਦਸ਼ਾਹ ਦੀ ਕਥਾ ਲਿਖਣ ਲੱਗਦਾ ਤਾਂ ਵੇਖਦਾ ਕਿ ਉਹ ਮੰਗਦੇ ਪਏ ਨੇ ਕੁਝ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ, ਉਦੋਂ ਮੈਨੂੰ ਭਿਖਾਰੀ ਤੇ ਮੁਫਲਿਸ ਪਏ ਦਿਸਦੇ ਹਨ। ਹੁਣ ਮੈਂ ਬੜਾ ਹੈਰਾਨ ਹਾਂ ਕਿ ਸੂਰਮੇ ਦੀ ਕਥਾ ਲਿਖਾਂ ਜਾਂ ਕਵੀ ਦੀ ਕਥਾ ਲਿਖਾਂ, ਇੱਕ ਬਾਦਸ਼ਾਹ ਦੀ ਕਥਾ ਲਿਖਾਂ ਜਾਂ ਦਾਤੇ ਦੀ ਕਥਾ ਲਿਖਾਂ ਜਾਂ ਭਿਖਾਰੀ ਦੀ ਕਥਾ ਲਿਖਾਂ। ਹਕ ਹਕ ਅਗਾਹ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਸਹਿਨਸ਼ਾਹ ਗੁਰੂ ਗੋਬਿੰਦ ਸਿੰਘ, ਉਹ ਬਾਦਸ਼ਾਹ ਵੀ ਹੈ ਤੇ ਦਰਵੇਸ਼ ਵੀ ਹੈ, ਉਹ ਸੂਰਮਾ ਵੀ ਹੈ ਤੇ ਕਵੀ ਵੀ ਹੈ।
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਹਾਨ ਸ਼ਖਸੀਅਤ, ਏਡੇ ਵੱਡੇ ਮਹਾਨ ਸ਼ਖਸੀਅਤ, ਕਹਿੰਦੇ ਮੈਂ ਉਹਨਾਂ ਦੇ ਬਾਰੇ ਕੀ ਲਿਖਾਂ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਸਤਿਗੁਰ ਕਲਗੀਧਰ ਪਾਤਸ਼ਾਹ ਜੀ ਦੀ ਮਹਾਨ ਸ਼ਖਸੀਅਤ ਬਾਰੇ ਨੰਦ ਲਾਲ ਜੀ ਲਿਖਦੇ ਨੇ ਕਿ ਉਹ ਬਾਦਸ਼ਾਹ ਵੀ ਹੈ ਤੇ ਦਰਵੇਸ਼ ਵੀ ਹੈ। ਨੰਦ ਲਾਲ ਜਿਨ੍ਹਾਂ ਨੇ ਗੰਜਨਾਮਾ ਲਿਖਿਆ ਹੈ, ਜੋ ਬਹਾਦਰ ਸ਼ਾਹ ਦੇ ਉਸਤਾਦ ਨੇ, ਇੱਕ ਵਾਰ ਜਦੋਂ ਕੰਪੀਟੀਸ਼ਨ ਹੋਇਆ ਤੇ ਕੁਰਾਨ ਸ਼ਰੀਫ ਦੀ ਇੱਕ ਆਇਤ ਦਾ ਕਹਿੰਦੇ ਕੋਈ ਅਰਥ ਨਹੀਂ ਕਰ ਸਕਿਆ। ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਕੋਲੋਂ ਜੋ ਅਰਥ ਸੁਣ ਕਰਕੇ, ਅਰਥ ਪੁੱਛ ਕਰਕੇ ਜਦੋਂ ਦਰਬਾਰ ਵਿੱਚ ਸੁਣਾਏ ਤੇ ਬਹਾਦਰ ਸ਼ਾਹ ਕੋਲੋਂ ਪੁੱਛਿਆ ਇਹ ਅਰਥ ਤੂੰ ਕਿੱਥੋਂ ਸਿੱਖਿਆ ਹੈ। ਕਹਿਣ ਲੱਗਾ ਇਹ ਮੈਂ ਭਾਈ ਨੰਦ ਲਾਲ ਜੀ ਕੋਲੋਂ ਸਿੱਖਿਆ। ਏਡੇ ਵੱਡੇ ਉਸਤਾਦ ਨੇ ਤੇ ਗੁਰੂ ਘਰ ਦੇ ਸੇਵਕ, ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਬੜੀ ਹੀ ਮਹਾਨ ਸੇਵਾ ਕੀਤੀ ਹੈ ਔਰ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੋਂ ਲਗਭਗ 30 ਸਾਲ ਉਹ ਵੱਡੇ ਨੇ। ਜੋ ਲਿਖ ਰਹੇ ਨੇ ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਸਭ ਤੋਂ ਵੱਡੇ ਨੇ। ਸਾਹਿਬ ਸਹਿਨਸ਼ਾਹ ਗੁਰੂ ਗੋਬਿੰਦ ਸਿੰਘ ਉਹ ਬਾਦਸ਼ਾਹਾਂ ਦੇ ਬਾਦਸ਼ਾਹ ਹਨ, ਬਾਦਸ਼ਾਹਾਂ ਦੇ ਬਾਦਸ਼ਾਹ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਜੋ ਗੁਣ ਨੇ, ਆਪ ਜੀ ਸੂਰਮਾ ਵੀ ਹਨ, ਦਾਤੇ ਵੀ ਨੇ, ਬਾਦਸ਼ਾਹ ਵੀ ਹਨ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਗੁਣ ਨੇ, ਆਪ ਜੀ ਸਤ ਤੇ ਸੰਤੋਖ ਦੇ ਧਾਰਨੀ ਹਨ। ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਜ਼ਿਆਦਾਤਰ ਵਿਚਾਰ ਕਰਦੇ ਨੇ ਵੀ ਸੂਰਮਾ ਦੀ, ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹੁਤ ਵੱਡੇ ਸੂਰਮੇ ਹਨ, ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਪਰ ਸੂਰਮਾ ਕਿਸ ਨੂੰ ਕਿਹਾ ਜਾਂਦਾ ਹੈ? ਸੂਰਮਾ ਤੋਂ ਭਾਵ ਜੋ ਜੰਗੇ ਮੈਦਾਨ ਵਿੱਚ ਜੂਝਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਪਾਵਨ ਬਚਨ ਨੇ ਸੂਰਮੇ ਦੋ ਤਰ੍ਹਾਂ ਦੇ, ਇੱਕ ਜਿਹੜਾ ਜੰਗੇ ਮੈਦਾਨ ਵਿੱਚ ਜੂਝਦਾ ਹੈ ਤੇ ਦੂਜਾ ਜਿਹੜਾ ਵਿਕਾਰਾਂ ਨਾਲ ਜੂਝਦਾ ਹੈ, ਜਿਹੜਾ ਵਿਕਾਰਾਂ ਨੂੰ ਨੇੜੇ ਨਹੀਂ ਆਉਣ ਦਿੰਦਾ, ਉਹ ਵੀ ਇੱਕ ਸੂਰਮਾ ਹੈ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜਿਆ ਖੇਤ, ਕਬਹੂ ਨਾ ਛਾੜਿਆ ਖੇਤ। ਕਹਿੰਦੇ ਉਹ ਕਦੇ ਰਣ ਤੱਤੇ ਨੂੰ ਛੱਡ ਕੇ ਨਹੀਂ ਦੌੜਦਾ। ਉਸ ਦੋ ਤਰ੍ਹਾਂ ਦੇ, ਚਾਰ ਤਰ੍ਹਾਂ ਦੇ ਸੂਰਮੇ ਨੇ, ਇੱਕ ਧਰਮਵੀਰ, ਦੂਜਾ ਯੁੱਧਵੀਰ, ਤੀਜਾ ਦਾਨਵੀਰ ਤੇ ਚੌਥਾ ਕਰਮਵੀਰ। ਸਤਿਗੁਰਾਂ ਦੇ ਵਿੱਚ ਇਹ ਸਾਰੇ ਹੀ ਗੁਣ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧਰਮਵੀਰ ਵੀ ਨੇ, ਆਪ ਯੁੱਧਵੀਰ ਵੀ ਹਨ, ਦਾਨਵੀਰ ਵੀ ਨੇ ਤੇ ਕਰਮਵੀਰ ਵੀ ਹਨ। ਗੁਰੂ ਸਾਹਿਬ ਜੀ ਦੇ ਜੋ ਜੀਵਨ ਹੈ, ਸਤਿ ਤੇ ਸੰਤੋਖ ਦੇ ਆਪ ਜੀ ਧਾਰਨੀ। ਗੁਰੂ ਦਰਬਾਰ ਵਿੱਚ ਅਗਰ ਕੋਈ ਵੀ ਆਉਂਦਾ ਹੈ ਤੇ ਸਾਹਿਬ ਜੀ ਸਾਰਿਆਂ ਨੂੰ ਮਾਣ ਤੇ ਸਨਮਾਨ ਬਖਸ਼ਿਸ਼ ਕਰਦੇ ਨੇ। ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ 52 ਕਵੀ ਸਨ। ਇਤਿਹਾਸ ਦੇ ਪੰਨੇ ਬੋਲਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਕਵੀਆਂ ਨੂੰ ਹਾਥੀ ਤੇ ਘੋੜੇ ਸੋਨੇ ਦੀਆਂ ਮੋਹਰਾਂ ਬਖਸ਼ਿਸ਼ ਕਰਦੇ ਸਨ। ਖੁਸ਼ ਹੋ ਕਰਕੇ ਤੇ ਇਹ ਬਖਸ਼ਿਸ਼ਾਂ ਦਿੰਦੇ ਸਨ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ। ਉਸ ਸਮੇਂ ਦਾ ਇੱਕ ਕਵੀ ਹੈ ਹੀਰ, ਕਹਿੰਦੇ ਅਤ ਦੀ ਗਰੀਬੀ ਹੈ, ਘਰ ਦੇ ਵਿੱਚ ਖਾਣ ਵਾਸਤੇ ਕੁਝ ਵੀ ਨਹੀਂ, ਕੱਪੜੇ ਵੀ ਪਾਟੇ ਹੋਏ ਨੇ। ਜਦੋਂ ਉਹ ਕਿਸੇ ਦਰਬਾਰ ਵਿੱਚ ਜਾਂਦਾ ਹੈ ਕਵਿਤਾ ਨੂੰ ਸੁਣਾਉਣ ਵਾਸਤੇ, ਸ਼ੇਰੋ ਸ਼ਾਇਰੀ ਕਰਨ ਵਾਸਤੇ, ਤੇ ਜਿਹੜੇ ਦਰਬਾਰ ਨੇ ਧੱਕੇ ਮਾਰ ਕੇ ਉਹਨੂੰ ਬਾਹਰ ਕੱਢ ਦਿੰਦੇ ਨੇ। ਦੀਵਾਨ ਦੇ ਵਿੱਚ ਉਸ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਕਿਉਂਕਿ ਉਹ ਗਰੀਬ ਹੈ। ਤੇ ਜਦੋਂ ਖਾਲਸਾ ਪਾਸੋਂ, ਕਿਸੇ ਸਿੱਖ ਪਾਸੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਵੱਡੇ ਦਾਨੀ ਨੇ, ਬਹੁਤ ਵੱਡੇ ਸੂਰਮੇ ਹਨ, ਕਵੀਆਂ ਦਾ ਬੜਾ ਸਨਮਾਨ ਕਰਦੇ ਨੇ, ਤੇ ਹੁਣ ਇਹ ਹੀਰ ਗੁਰੂ ਦਰਬਾਰ ਵਿੱਚ ਪਹੁੰਚ ਜਾਂਦਾ ਹੈ। ਕੱਪੜੇ ਪਾਟੇ ਹੋਏ ਨੇ, ਸੰਗਤ ਦੇ ਵਿੱਚ ਜਾ ਕਰਕੇ ਬੈਠ ਜਾਂਦਾ, ਦੀਵਾਨ ਸਜਿਆ ਹੋਇਆ ਹੈ। ਉੱਥੇ ਜਾ ਕੇ ਇੱਕ ਸਿੱਖ ਨੂੰ ਆਖਦਾ ਹੈ ਵੀ ਮੈਂ ਵੀ ਕਵੀ ਹਾਂ, ਮੈਂ ਵੀ ਆਪਣੀ ਇੱਕ ਕਵਿਤਾ ਪੇਸ਼ ਕਰਨਾ ਚਾਹੁੰਦਾ ਹਾਂ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਲੱਗਦਾ ਹੈ ਤੇ ਗੁਰੂ ਸਾਹਿਬ ਜੀ ਇਸ਼ਾਰਾ ਕਰਦੇ ਨੇ ਤੇ ਭਾਈ ਸਾਹਿਬ ਭਾਈ ਹੀਰ ਨੂੰ ਦੀਵਾਨ ਦੇ ਵਿੱਚੋਂ ਬਾਹਰ ਲੈ ਜਾਂਦੇ ਹਨ ਤੇ ਪੁੱਛਦੇ ਨੇ ਵੀ ਤੁਸੀਂ ਬੜੀ ਦੂਰ ਤੋਂ ਬੜਾ ਲੰਮਾ ਸਫ਼ਰ ਤੈਅ ਕਰਕੇ ਆਏ ਹੋ,
ਕੁਝ ਪ੍ਰਸਾ ਦਾ ਪਾਣੀ ਛਕ ਲਵੋ। ਲੰਗਰ ਪ੍ਰਸਾਦੇ ਛਕਾਏ ਜਾਂਦੇ ਨੇ। ਉਸ ਤੋਂ ਬਾਅਦ ਉਹਨਾਂ ਦੇ ਵਾਸਤੇ ਬਹੁਤ ਸੋਹਣੇ ਪੋਸ਼ਾਕ ਤਿਆਰ ਕੀਤੇ ਜਾਂਦੇ ਨੇ, ਬਹੁਤ ਸੋਹਣੇ ਕੱਪੜੇ ਪਵਾਏ ਜਾਂਦੇ ਹਨ। ਫਿਰ ਗੁਰੂ ਦਰਬਾਰ ਦੇ ਵਿੱਚ ਆ ਕਰਕੇ ਬੈਠਦੇ ਨੇ ਤੇ ਬੜੇ ਹੈਰਾਨ ਹੁੰਦੇ ਸਨ ਵੀ ਅੱਗੇ ਤੇ ਮੈਨੂੰ ਧੱਕੇ ਪੈਂਦੇ ਸਨ, ਪਰ ਇਸ ਦਰਬਾਰ ਵਿੱਚ ਆਇਆ ਤੇ ਮੈਨੂੰ ਛਕਣ ਵਾਸਤੇ ਲੰਗਰ ਪ੍ਰਸਾਦਾ ਵੀ ਮਿਲਿਆ ਹੈ ਤੇ ਸੋਹਣੇ ਪੋਸ਼ਾਕ ਵੀ ਮੈਨੂੰ ਮਿਲ ਗਏ। ਹੁਣ ਭਾਈ ਹੀਰ ਦੇ ਸਾਹਮਣੇ ਜਦੋਂ ਇੱਕ ਕਵੀ ਨੇ ਕਵਿਤਾ ਪੇਸ਼ ਕੀਤੀ, ਕਹਿੰਦੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਮੋਹਰਾਂ ਦਿੱਤੀਆਂ। ਹੁਣ ਵਾਰੀ ਆਈ ਹੈ ਭਾਈ ਸਾਹਿਬ ਭਾਈ ਹੀਰ ਦੀ। ਜਦੋਂ ਉਹ ਕਵਿਤਾ ਪੇਸ਼ ਕਰਨ ਲੱਗੇ, ਗੁਰੂ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸੱਚੀ ਸਰਕਾਰ ਨੇ ਰੋਕ ਦਿੱਤਾ। ਕਹਿਣ ਲੱਗੇ ਮੈਂ ਇਸ ਨੂੰ ਇਨਾਮ ਪਹਿਲਾ ਦੇਣਾ ਚਾਹੁੰਦਾ, ਤੇ ਇਨਾਮ ਦੇ ਵਿੱਚੋਂ ਉਸ ਨੂੰ ਮੋਹਰਾਂ ਦਿੱਤੀਆਂ। ਮੋਹਰਾਂ ਪ੍ਰਾਪਤ ਕਰਕੇ ਜਿਹੜਾ ਹੀਰ ਹੈ ਉਹ ਕਵਿਤਾ ਛੱਡ ਕਰਕੇ ਗੁਰੂ ਸਾਹਿਬ ਨੂੰ ਡੰਡੌਤ ਕਰਨ ਲੱਗ ਪਿਆ, ਨਮਸਕਾਰਾਂ ਕਰਨ ਲੱਗ ਪਿਆ ਤੇ ਆਪਣੀ ਉਸ ਦਲਿੱਦਰਤਾ ਨੂੰ ਆਖਦਾ ਹੈ। ਤੇ ਇਹ ਕਵਿਤਾ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਵਾ ਨੇ ਮਹਾਨ ਕੋਸ਼ ਦੇ ਵਿੱਚ ਲਿਖੀ ਹੈ। ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਪਾਸ ਠਾਡੋ ਝਗਰਤ ਝੁਗਤ ਦਰੇਰੇ ਮੋਹੇ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਵਾ ਮਹਾਨ ਕੋਸ਼ ਦੇ ਵਿੱਚ ਕਵੀ ਹੀਰ ਦੀ ਕਵਿਤਾ ਇੰਝ ਲਿਖਦੇ ਨੇ, ਕਹਿੰਦੇ ਪਾਸ ਠਾਡੋ ਝਗਰਤ ਝੁਗਤ ਦਰੇਰੇ ਮੋਹੇ, ਬਾਤ ਨਾ ਕਰਨ ਪਾਉ ਮਹਾਵਲੀ ਵੀਰ ਸੋ। ਐਸੋ ਅਰ ਬਿਕਟ ਨਿਕਟ ਬਸੈ ਨਿਸ ਦਿਨ, ਨਿਪਟ ਨਿਸੰਕ ਸੱਠ ਘੇਰੈ ਫਿਰ ਪੀਰ ਸਿਓ। ਦਾਰਦ ਕਪੂਤ ਤੇਰੋ ਮਰਨ ਬਨਿਓ ਹੈ ਆਜ। ਕਹਿੰਦੇ ਹੇ ਦਲਿੱਦਰਤਾ, ਤੂੰ ਮੈਨੂੰ ਬੜਾ ਬੇਇੱਜ਼ਤ ਕੀਤਾ ਹੈ, ਤੇਰੇ ਕਰਕੇ ਮੈਂ ਕਿਤੇ ਕਵਿਤਾ ਨਹੀਂ ਸੁਣਾ ਸਕਿਆ, ਪਰ ਅੱਜ ਤੂੰ ਜਿਹੜਾ ਹੈ ਅੱਜ ਤੇਰੀ ਮੌਤ ਆ ਗਈ ਹੈ। ਤੇ ਦਾਰਦ ਕਪੂਤ ਤੇਰੋ ਮਰਨ ਬਨਿਓ ਹੈ ਆਜ, ਕਰਕੇ ਸਲਾਮ ਵਿਦਾ ਹੁਜੈ ਕਵੀ ਹੀਰ ਸਿਓ। ਹੁਣ ਤੂੰ ਇੱਥੋਂ ਦੌੜ ਜਾ, ਤੇਰਾ ਇੱਥੇ ਕੋਈ ਕੰਮ ਨਹੀਂ ਹੈ। ਨਹੀਂ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਕੋਲ ਐਸੇ ਅਣਿਆਲੇ ਤੀਰ ਨੇ ਦਾਨ ਦੇ, ਤੈਨੂੰ ਮਾਰ ਦੇਣਗੇ। ਨਾ ਤੁਰ ਗੋਬਿੰਦ ਸਿੰਘ ਵਿਕਲ ਕਰੇਂਗੇ ਤੋਹੇ, ਟੂਕ ਟੂਕ ਹਵੇ ਹੈ ਗਾਡੇ ਦਾਨਨ ਕੇ ਤੀਰ ਸਿਓ, ਗਾਡੇ ਦਾਨਨ ਕੇ ਤੀਰ ਸਿਓ। ਕਹਿੰਦੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਇੰਨਾ ਮਾਣ ਬਖਸ਼ਿਸ਼ ਕੀਤਾ, ਸੋਨੇ ਦੀਆਂ ਮੋਹਰਾਂ ਦਿੱਤੀਆਂ। ਕਹਿੰਦੇ ਫਿਰ ਉਸ ਹੀਰ ਨੂੰ ਕਿਸੇ ਹੋਰ ਦਰ 'ਤੇ ਜਾ ਕੇ ਹੱਥ ਅੱਡਣੇ ਨਹੀਂ ਪਏ। ਸਤਿਗੁਰੂ ਸੱਚੇ ਪਾਤਸ਼ਾਹ ਜੋ ਦੀਨ ਕੇ ਦਾਤੇ ਨੇ, ਗਰੀਬਾਂ ਦੀ ਬਾਂਹ ਫੜਨ ਵਾਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦਾ ਜਨਮ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ ਹੈ। ਇਸ ਦਾ ਪਹਿਲਾ ਨਾਮ ਕੇਵਲ ਪਟਨਾ ਸੀ। ਜਦੋਂ ਗੁਰੂ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਹੋਇਆ ਤੇ ਇਸ ਸ਼ਹਿਰ ਨੂੰ ਪਟਨਾ ਸਾਹਿਬ ਆਖਦੇ ਨੇ। ਤੇ ਜਿਸ ਸਥਾਨ ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਤੇ ਉਸ ਨੂੰ ਅੱਜ ਹਰੀ ਮੰਦਰ ਸਾਹਿਬ ਆਖਿਆ ਜਾਂਦਾ ਹੈ, ਕਿ ਹਰੀ ਦਾ ਮੰਦਰ ਹੈ। ਇਸ ਸਥਾਨ ਤੇ ਕਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਪਹੁੰਚੇ ਸਨ। ਕਿ ਸਾਲਸਰਾਏ ਜੋਹਰੀ ਗੁਰੂ ਸਾਹਿਬ ਜੀ ਨੇ ਇੱਕ ਲਾਲ ਭੇਜਿਆ ਭਾਈ ਮਰਦਾਨਾ ਜੀ ਦੇ ਹੱਥ, ਵੀ ਇਸ ਨੂੰ ਬਾਜ਼ਾਰ ਵਿੱਚ ਵੇਚ ਕਰਕੇ ਕੁਝ ਖਾਣ ਪੀਣ ਦੇ ਵਾਸਤੇ ਸੌਦਾ ਲੈ ਕਰਕੇ ਆਓ। ਤੇ ਇੱਕੋ ਇੱਕ ਸ਼ਾਹੂਕਾਰ ਸੀ ਉਸ ਵੇਲੇ, ਤੇ ਉਸ ਦੇ ਕੋਲ ਜਦੋਂ ਪਹੁੰਚਿਆ ਕਹਿਣ ਲੱਗਾ ਇਸ ਨੂੰ ਮੈਂ ਨਹੀਂ ਖਰੀਦ ਸਕਦਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਖਾਣ ਪੀਣ ਵਾਸਤੇ ਕੁਝ ਫਲ ਭੇਜੇ। ਤੇ ਜਿਹੜਾ ਉਸ ਦਾ ਨੌਕਰ ਸੀ ਅਧਰਕਾ, ਉਹ ਲੈ ਕਰਕੇ ਆਇਆ ਹੈ। ਤੇ ਅਧਰਕਾ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਅਧਰਕਾ ਜਿਹੜਾ ਆਇਆ, ਅਧਰਕਾ ਤੇ ਬਖਸ਼ਿਸ਼ਾਂ ਕੀਤੀਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ। ਤੇ ਜਦੋਂ ਅਧਰਕਾ ਪਹੁੰਚਿਆ ਸਾਲਸਰਾਏ ਜੋਹਰੀ ਕੋਲ, ਤੇ ਉਸ ਦੇ ਚਿਹਰੇ ਦੀ ਮੁਸਕਰਾਹਟ ਵੇਖ ਕਰਕੇ, ਉਹਦੇ ਚਿਹਰੇ ਤੇ ਜੋ ਨੂਰ ਸੀ ਉਸ ਨੂੰ ਵੇਖ ਕਰਕੇ ਬੜਾ ਹੈਰਾਨ ਹੁੰਦਾ ਹੈ ਤੇ ਸੋਚਦਾ ਹੈ ਕਿਤੇ ਜਿਹੜਾ ਲਾਲ ਇਸ ਨੂੰ ਨਹੀਂ ਦੇ ਦਿੱਤਾ। ਤੇ ਉਸਨੇ ਆਖਿਆ ਮੈਨੂੰ ਇਹੋ ਜਿਹਾ ਲਾਲ ਮਿਲਿਆ ਹੈ, ਮੈਨੂੰ ਉਹ ਨਾਮ ਦਾ ਪਦਾਰਥ ਦਿੱਤਾ ਮੇਰੇ ਮਾਲਕ ਸਤਿਗੁਰਾਂ ਨੇ, ਜਿਸ ਨੂੰ ਕੋਈ ਚੁਰਾ ਨਹੀਂ ਸਕਦਾ। ਇਹ ਧਨ ਅਖੁੱਟ ਨਾ ਨਿਕਟੇ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਮੇਰੇ ਮਾਲਕ ਨੇ ਇਹੋ ਜਿਹੀ ਦਾਤ ਬਖਸ਼ਿਸ਼ ਕੀਤੀ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਤੇ ਉਹ ਸਾਲਸਰਾਏ ਜੋਹਰੀ ਆਪਣੇ ਨੌਕਰ ਦੇ ਨਾਲ ਗਿਆ, ਤੇ ਗੁਰੂ ਸਾਹਿਬ ਜੀ ਨੇ ਕਿਹਾ ਇੱਥੇ ਨਿਮਰਤਾ ਦੇ ਨਾਲ ਸਿੱਖੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਧਰਕਾ ਕੋਲੋਂ ਤੇ ਉਹਨੂੰ ਇਹ ਸਿੱਖੀ ਪ੍ਰਾਪਤ ਹੋ ਸਕਦੀ ਹੈ। ਕਹਿੰਦੇ ਉਹ ਸਾਲਸਰਾਏ ਜੋਹਰੀ ਨੇ ਅਧਰਕੇ ਨੂੰ ਮੱਥਾ ਟੇਕਿਆ, ਅਧਰਕੇ ਕੋਲੋਂ ਫਿਰ ਸਿੱਖੀ ਪ੍ਰਾਪਤ ਕੀਤੀ।
ਇਸੇ ਸਥਾਨ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ, 9ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ। ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਇਸ ਸਥਾਨ ਤੇ ਪ੍ਰਕਾਸ਼ ਹੋਇਆ ਹੈ। ਬਹੁਤ ਸਾਰੇ ਐਸੇ ਜਿਹੜੇ ਚੋਜ ਨੇ ਗੁਰੂ ਸਾਹਿਬ ਜੀ ਨੇ ਵਰਤਾਏ। ਜਦੋਂ ਅਸੀਂ ਜੀਵਨ ਵੱਲ ਝਾਤੀ ਮਾਰਦੇ ਹਾਂ ਤੇ ਸਾਨੂੰ ਇੱਕ ਕਰਾਮਾਤ ਹੀ ਲੱਗਦੀ ਹੈ। ਜਿਸ ਵੇਲੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ, ਕਿਤੇ ਕੁੜਾਮ ਪਿੰਡ ਦਾ ਰਹਿਣ ਵਾਲਾ ਭਾਈ ਪੀਖਣ ਸਨ ਨਮਾਜ਼ ਪੜ੍ਹ ਰਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੋਇਆ ਤੇ ਉਸ ਵੇਲੇ ਕਹਿੰਦੇ ਨੇ ਉਸ ਪੀਖਣ ਸਨ ਨੇ ਪੂਰਬ ਵੱਲ ਪਾਸੇ ਮੂੰਹ ਕਰਕੇ ਨਮਾਜ਼ ਅਦਾ ਕੀਤੀ। ਜਦੋਂ ਪੁੱਛਿਆ ਉਹਦੇ ਮੁਰੀਦਾਂ ਨੇ ਕਿ ਤੁਸੀਂ ਅੱਜ ਪੱਛਮ ਦੀ ਬਜਾਏ ਪੂਰਬ ਵਾਲੇ ਪਾਸੇ ਕਿਉਂ ਨਮਾਜ਼ ਅਦਾ ਕੀਤੀ ਹੈ, ਤਾਂ ਕਹਿਣ ਲੱਗਿਆ ਵੀ ਉਸ ਖੁਦਾ ਨੇ ਪੂਰਬ ਦੇ ਵਿੱਚ ਜਨਮ ਲੈ ਲਿਆ ਹੈ। ਸਾਖੀ ਆਪ ਜੀ ਨੇ ਸੁਣੀ ਹੋਈ ਹੈ। ਮੈਂ ਸੰਖੇਪ ਮਾਤਰ ਵਿਚਾਰ ਕਰਾਂ। 2 ਕੁੱਜੇ ਲੈ ਕਰਕੇ ਪਹੁੰਚਿਆ, ਜਿਸ ਦਾ ਭਾਵ ਸੀ ਇੱਕ ਦੇ ਵਿੱਚ ਦੁੱਧ ਤੇ ਦੂਜੇ ਵਿੱਚ ਪਾਣੀ। ਵੀ ਮੁਸਲਮਾਨਾਂ ਦੇ ਪੀਰ ਹੋਣਗੇ ਜਾਂ ਹਿੰਦੂਆਂ ਦੇ ਗੁਰੂ ਹੋਣਗੇ, ਗੁਰੂ ਸਾਹਿਬ ਜੀ ਨੇ ਦੋਵਾਂ ਤੇ ਹੱਥ ਰੱਖੇ, ਫਿਰ ਉਹ ਦੋਵੇਂ ਹੀ ਰੋੜ ਦਿੱਤੇ। ਕਹਿੰਦੇ ਇਹ ਸਰਬ ਸਾਂਝੇ ਗੁਰੂ, ਸਾਂਝੇ ਰਹਿਬਰ ਹੋਣਗੇ। ਉਸ ਗੰਗਾ ਘਾਟ ਤੇ ਪੰਡਿਤ ਸ਼ਿਵਦੱਤ ਜੋ ਰਾਮ ਦੇ ਰਟਨ ਵਿੱਚ ਬੈਠਾ ਹੋਇਆ ਹੈ, ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਰਸ਼ਨ ਕਰਦਾ, ਉਸ ਨੂੰ ਰਾਮ ਦੇ ਰੂਪ ਦੇ ਵਿੱਚੋਂ ਨਜ਼ਰ ਆਉਂਦੇ ਨੇ। ਇੱਕ ਅੱਲਾਹ ਦੇ ਰੂਪ ਦੇ ਵਿੱਚ ਵੇਖ ਰਿਹਾ ਹੈ ਤੇ ਦੂਜਾ ਸ਼ਿਵਦੱਤ ਰਾਮ ਦੇ ਰੂਪ ਦੇ ਵਿੱਚ ਦਰਸ਼ਨ ਕਰਕੇ ਨਿਹਾਲ ਹੁੰਦਾ ਹੈ, ਆਪਣਾ ਜੀਵਨ ਸਫਲਾ ਕਰਦਾ ਹੈ। ਉਸ ਦਿਨ ਤੋਂ ਉਸਨੇ ਗੋਬਿੰਦ ਦਾ ਜਾਪ ਸ਼ੁਰੂ ਕੀਤਾ ਹੈ। ਜਿਸ ਦੇ ਕੋਲ ਰਾਣੀ ਮੈਣੀ, ਜਿਸ ਦਾ ਨਾਮ ਵਿਸੰਬਰਾ ਹੈ, ਉਹ ਉਸ ਪੰਡਿਤ ਦੇ ਕੋਲ ਆਉਂਦੀ ਹੈ, ਆ ਕਰਕੇ ਬੇਨਤੀ ਕਰਦੀ ਹੈ ਕਿ ਮੇਰੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ, ਆਪ ਜੀ ਅਸੀਸ ਦਿਓ। ਕਹਿੰਦੇ ਉਸ ਰਾਜੇ ਤੇ ਰਾਣੀ ਨੂੰ ਪੰਡਿਤ ਨੇ ਆਖਿਆ ਕਿ ਤੁਸੀਂ ਗੋਬਿੰਦ ਦਾ ਜਾਪ ਕਰੋ। ਗੋਬਿੰਦ ਰਾਏ ਹੀ ਉਸ ਗੋਬਿੰਦ ਰਾਮ ਦੇ ਰੂਪ ਨੇ। ਔਰ ਇੱਕ ਦਿਨ ਜਦੋਂ ਆਪਣੀ ਭਗਤੀ ਵਿੱਚ ਲੀਨ ਬੈਠੀ ਹੋਈ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਖੇਡਦੇ ਉਸ ਦੇ ਕੋਲ ਪਹੁੰਚਦੇ ਨੇ, ਉਸ ਦੀ ਗਰਦਨ ਵਿੱਚ ਹੱਥ ਪਾਉਂਦੇ ਨੇ, ਆਖਦੇ ਨੇ ਮਾਂ ਮੈਂ ਆ ਗਿਆ। ਜਦੋਂ ਮਾਂ ਸ਼ਬਦ ਸੁਣਿਆ, ਉਸ ਦੇ ਕੰਨਾਂ ਦੇ ਵਿੱਚ ਰਾਗਣੀ ਵਾਂਗ ਗੂੰਜ ਉੱਠਿਆ ਤੇ ਉਹ ਬੜੀ ਹੈਰਾਨ ਹੋਈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਰਸ਼ਨ ਕਰਕੇ ਆਖਦੀ ਹੈ ਮੈਂ ਆਪਣੇ ਪੁੱਤਰ ਤੇ ਵਾਰਨੇ ਜਾਂਦੀ ਹਾਂ, ਸਦਕੇ ਜਾਂਦੀ ਹਾਂ। ਗੁਰੂ ਸਾਹਿਬ ਜੀ ਆਖਦੇ ਨੇ ਮੈਨੂੰ ਬੜੀ ਭੁੱਖ ਲੱਗੀ ਹੈ। ਪੁੱਛਿਆ ਕੀ ਖਾਣਾ ਹੈ? ਕਹਿਣ ਲੱਗੇ ਮੈਂ ਹਲਵਾ, ਪੂੜੀ ਤੇ ਛੋਲੇ ਖਾਣੇ ਚਾਹੁੰਦਾ। ਤੇ ਵੇਖਦੀ ਹੈ ਉਸ ਦਿਨ ਇਹੀ ਰਸੋਈ ਵਿੱਚ ਲੰਗਰ ਤਿਆਰ ਸੀ। ਬੜੇ ਪਿਆਰ ਦੇ ਨਾਲ ਛਕਾਇਆ। ਉਸ ਦਿਨ ਤੋਂ ਬਾਅਦ ਹਰ ਰੋਜ਼ ਗੁਰੂ ਸਾਹਿਬ ਜਾਂਦੇ ਨੇ, ਹਰ ਰੋਜ਼ ਹਲਵਾ, ਪੂੜੀ ਤੇ ਛੋਲੇ ਦੇ ਲੰਗਰ ਤਿਆਰ ਹੁੰਦਾ ਹੈ। ਮਾਤਾ ਜੀ ਬੜੇ ਹੀ ਪਿਆਰ ਦੇ ਨਾਲ ਉਹ ਰਾਣੀ ਬੱਚਿਆਂ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਲੰਗਰ ਛਕਾਉਂਦੀ ਹੈ। ਜਦੋਂ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਆਉਣ ਲੱਗੇ ਤੇ ਉਹ ਬੇਨਤੀ ਕਰਦੇ ਮੈਂ ਆਪ ਜੀ ਦਰਸ਼ਨ ਦਿਦਾਰੇ ਕਿਵੇਂ ਕਰਾਂਗੀ। ਤਾਂ ਸਾਹਿਬ ਜੀ ਨੇ ਬਚਨ ਕੀਤੇ ਵੀ ਆਪ ਜੀ ਇਸੇ ਤਰੀਕੇ ਨਾਲ ਹਰ ਰੋਜ਼ ਲੰਗਰ ਚਲਾਉਣਾ ਤੇ ਲੰਗਰ ਛਕਾਉਣਾ, ਸੰਗਤ ਦੇ ਵਿੱਚ ਹੀ ਮੇਰੇ ਆਪ ਜੀ ਨੂੰ ਦਰਸ਼ਨ ਹੋਣਗੇ। ਅੱਜ ਗੁਰਦੁਆਰਾ ਉੱਥੇ ਮਹਿਣੀ ਸੰਗਤ ਕਰਕੇ ਸੁਸ਼ੋਭਿਤ ਹੈ। ਯਥਾ ਲੰਗਰ ਚੱਲਦਾ, ਬੇਅੰਤ ਸੰਗਤਾਂ ਛਕਦੀਆਂ ਨੇ। ਇੱਕ ਹੋਰ ਉੱਥੋਂ ਦੀ ਸਾਖੀ, ਗੰਗਾ ਦਾ ਕਿਨਾਰਾ ਜਿੱਥੇ ਗੁਰੂ ਸਾਹਿਬ ਜੀ ਨੇ ਕੰਗਣ ਸੁੱਟਿਆ ਹੈ। ਜਦੋਂ ਮਾਤਾ ਜੀ ਨੇ ਪੁੱਛਿਆ, ਬੜਾ ਕੀਮਤੀ ਸੀ, ਮਾਮਾ ਕਿਰਪਾਲ ਜੀ ਆਏ ਨੇ, ਪੁੱਛਿਆ ਕੰਗਣ ਕਿੱਥੇ ਸੁੱਟਿਆ ਸੀ? ਤਾਂ ਗੁਰੂ ਸਾਹਿਬ ਜੀ ਨੇ ਦੂਜਾ ਕੰਗਣ ਵੀ ਉੱਥੇ ਵਗਾ ਕੇ ਮਾਰਿਆ, ਇੱਥੇ ਸੁੱਟਿਆ ਸੀ। ਭਾਵ ਗੁਰੂ ਸਾਹਿਬ ਜੀ ਨੂੰ ਮਾਇਆ ਦੇ ਨਾਲ ਪਿਆਰ ਨਹੀਂ, ਕਿਉਂਕਿ ਗੁਰੂ ਸਾਹਿਬ ਜੀ ਆਪ ਲਿਖਦੇ ਨੇ ਹਮ ਇਹ ਕਾਜ ਜਗਤ ਮੈਂ ਆਏ, ਧਰਮ ਹੇਤ ਗੁਰਦੇਵ ਪਠਾਏ। ਕਹਿੰਦਾ ਅਸੀਂ ਤੇ ਧਰਮ ਦੇ ਖਾਤਰ ਆਏ ਹਾਂ। ਦੂਜੇ ਜਦੋਂ ਆਪਾਂ ਵੇਖਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਂਦੇੜ ਬੈਠੇ ਹੋਏ ਨੇ, ਉੱਥੇ ਬਹਾਦਰ ਸ਼ਾਹ ਆਉਂਦਾ ਹੈ ਤੇ ਕੀਮਤੀ ਹੀਰਾ ਲੈ ਕਰਕੇ ਗੁਰੂ ਸਾਹਿਬ ਜੀ ਨੂੰ ਭੇਟਾ ਕਰਦਾ ਹੈ ਤੇ ਗੁਰੂ ਸਾਹਿਬ ਜੀ ਗੋਦਾਵਰੀ ਨਦੀ ਦੇ ਵਿੱਚ ਸੁੱਟ ਦਿੰਦੇ ਨੇ। ਕਹਿੰਦੇ ਮੈਨੂੰ ਇਹਨਾਂ ਹੀਰਿਆਂ ਦੀ ਲੋੜ ਨਹੀਂ। ਉਹ ਆਖਦਾ ਬੜਾ ਕੀਮਤੀ ਸੀ ਤੇ ਗੁਰੂ ਸਾਹਿਬ ਕਹਿਣ ਲੱਗੇ ਗੋਦਾਵਰੀ ਵਿੱਚ ਜਾ ਕੇ ਭਰ ਲੈ, ਬੁੱਕ ਭਰ ਕੇ ਭਰ ਲੈ, ਉੱਥੇ ਵਾਧੂ ਹੀਰੇ ਨੇ। ਉਹ ਸੋਚਦਾ ਵੀ ਤੁਹਾਡੇ ਕੋਲ ਇੰਨੇ ਹੀਰੇ ਨੇ, ਫਿਰ ਤੁਸੀਂ ਇੱਕ ਰਾਜ ਮਹਿਲ ਕਿਉਂ ਨਹੀਂ ਤਿਆਰ ਕਰ ਲੈਂਦੇ। ਗੁਰੂ ਸਾਹਿਬ ਜੀ ਆਖਦੇ ਨੇ ਮੈਂ ਧਰਮ ਨੂੰ ਚਲਾਉਣ ਵਾਸਤੇ ਆਇਆ, ਇਹ ਹੀਰੇ ਮੋਤੀ ਇਕੱਠੇ ਕਰਨ ਵਾਸਤੇ ਨਹੀਂ। ਗੁਰੂ ਸਾਹਿਬ ਨੇ ਜਿੰਨੀ ਵੀ ਜੰਗਾਂ ਲੜੀਆਂ ਉਸ ਦੇ ਵਿੱਚ
ਜ਼ਰ ਜ਼ੋਰੂ ਜ਼ਮੀਨ ਤਿੰਨਾਂ ਵਿੱਚ ਕੋਈ ਵੀ ਇੱਕ ਕਾਰਨ ਨਹੀਂ ਸੀ। ਕੇਵਲ ਧਰਮ ਦੇ ਖਾਤਰ, ਧਰਮ ਨੂੰ ਚਲਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਜੰਗਾਂ ਲੜੀਆਂ ਨੇ। ਸਰਸਾ ਨਦੀ ਦੇ ਕੰਢੇ ਤੇ ਗੁਰੂ ਸਾਹਿਬ ਜੀ ਦਾ ਪੂਰਾ ਪਰਿਵਾਰ ਵਿਛੜ ਗਿਆ ਹੈ। 3 ਨਦੀਆਂ ਦਾ ਖਾਸ ਕਰਕੇ ਜ਼ਿਕਰ ਹੈ। ਇਹ ਗੰਗਾ ਨਦੀ ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਜਿਸ ਦੇ ਵਿੱਚ ਕੰਗਨ ਸੁੱਟੇ ਨੇ। ਦੂਜੀ ਨਦੀ ਗੋਦਾਵਰੀ ਜਿੱਥੇ ਗੁਰੂ ਸਾਹਿਬ ਜੀ ਨੇ ਹੀਰਾ ਵਗਾ ਕੇ ਮਾਰਿਆ ਹੈ। ਸਰਸਾ ਨਦੀ ਜਿੱਥੇ ਪਰਿਵਾਰ ਵਿਛੜ ਗਿਆ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ। ਗੁਰੂ ਸਾਹਿਬ ਜੀ ਲਿਖਦੇ ਨੇ, ਹਮ ਇਹ ਕਾਜ ਜਗਤ ਮੈਂ ਆਏ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਵਿਥਾਰੋ, ਦੁਸ਼ਟ ਦੋਖੀਅਨ ਪਕੜ ਪਛਾਰੋ, ਇਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ, ਧਰਮ ਚਲਾਵਨ दुष्ट उबारन, दुष्ट सबन को मूल उपारन। धर्म चलावन दुष्ट उपारन, दुष्ट सबन को मूल उपारन। भाव दुष्टा का नाश करने दे लई धर्म नूं चलाउण वास्ते, धर्म का जय जयकार करने वास्ते कहते संसार विच आया। गुरु गोबिंद सिंह महाराज जी का जो असीं जीवन वेखदे हां, आनंदपुर साहिब की पावन धरती जिथे खालसे का जन्म, खालसे का प्रकाश, गुरु गोरख नानक साहिब महाराज जी ने जिस खालसे की नींह रखी, तो अज गुरु गोबिंद सिंह महाराज जी ने उसते मोहर ला दी भी ये खालसा जिहड़ा है वह संपूर्ण हो गया है। जिथे गुरु साहिब जी ने खालसे की सिरजना की, केसा दे नाल उन्ना इन्ना प्यार, उस स्थान का नाम केसगढ़ साहिब ही रख दिता है। तो गुरु उस आनंदपुर साहिब दे विच कदे इहो जिहा समां सी, नाम की ते सेवा के प्रवाह चलते सन, लोड़वंदां दीआं लोड़ां थोड़ा पूरीआं होंदियां सन। समय ने बदलाव लिया है, तो जिथे पहाड़ी राजे सूबा सरहंद, सूबा लाहौर, दिल्ली की शाही फौज ने घेरा पाया है, 7-8 महीने घेरा पिया रहा। वो सोचते सन जो भुखे रहणगे तो किला खाली छड़ देणगे, पर उन्होंने नहीं पता भी तो हर रोज़ ही पढ़ते हैं कित्या दुख भूख सदमार, ए पे दात तेरी दातार। कहते तो अमृत वेले हर रोज़ पढ़ते हैं। जो उन्होंने वस नहीं चलिया तो उन्होंने एक होर चाल चली, कुरान शरीफ की ते आटे की गां बना करके कसमां खादियां, और उस तो बाद कसमां ते मुकर गए। आप जी इतिहास बड़ी बारी सुनिया होगा, तो जो गुरु गोबिंद सिंह महाराज जी उन्होंने कसमां ते विश्वास करके आनंदपुर साहिब का किला खाली किया है, पिछों फिर जिहड़े ने कसमां चुकण वाले आवाज़ां मारदे ने, फड़ लो मार दो। गुरु गोबिंद सिंह का परिवार जा रहा है। हुण जंगल दे विच लंघदिआं पूरी जिहड़ी रात है वो लंघ गई है। अमृत वेला होया है। गुरु साहिब जी आखदे ने भाई साहब भाई धर्म सिंह जी नूं, धर्म सिंह जी अमृत वेला हो गया है, दीवान सजणगे। पिछों आवाज़ आउंदी है, सतगुरु जी पिछे दुश्मनां दी फौज आ रही है। साहिब जी आखदे ने अमृत वेला सच नाओ वडियाई विचार, ये दात सतगुरां ने बख्शिश की है। अमृत वेला कदे नहीं खुंजाउणा। हुण समा वेखो किहो जिहा है। अगे जिहड़ी सरसा नदी है वो नागण दे वांग मूँह अटके खलोती है, पिछों दुश्मनां दी फौज है। ठंड दे दिन ने, कड़कवी ठंड, उत्तों बरसात हो रही है। तो इहो जिहे हालात विच भी सतगुरु जी ने दीवान सजाया है, आप कीर्तन किया है। दीवान नूं कोई आँच नहीं आउण दित्ती। बाबा अजीत सिंह जी, भाई उदय सिंह जी दुश्मनां नाल टाकरा करते हैं, भाई उदय सिंह जी उत्थे शहीदी पा जाते हैं। दीवान की समाप्ति तक पूरा परिवार इकट्ठा है। उस तो बाद परिवार जिहड़ा गुरु साहिब जी के 3 हिस्सों में जिहड़ा वंड 3 हिस्सों में वंडिया जाता है। 2 छोटे लाल गुरु साहिब जी के सरहंद पासे चले जाते हैं, माता गुजरी जी के नाल। गुरु के महल माता सुंदर कौर, माता साहिब कौर, भाई मनी सिंह जी के नाल दिल्ली वाले पासे चाले पाउंदे ने। ते गुरु गोबिंद सिंह कलगीधर पातशाह महाराज 2 बड़े साहिबजादे ते नाल 40 को सिंह चमकौर की बड़ी गड़ी वाल पैर वधाउंदे हैं। संध्या वेले है। कई दिनों तो बाद गुरु साहिब जी ने अज कमर कसा खोलिया है, तो उस मालिक के दर ते अरदास करते हैं, सच्चे पातशाह परिवार विछड़ गया है, कल नूं इत्थे भाना वापड़ जाना है, तो मैनूं नाम का टिका बख्शिश करदा ही किते मैं डोला ना। उस वेले भी गुरु साहिब जी दीवान सजाए गए ने। 2 बड़े साहिबजादे ते कुछ सिंह उत्थे शहीदी पा जाते हैं।
ਪਰ ਗੁਰੂ ਸਾਹਿਬ ਜੀ ਉੱਥੇ ਵੀ ਮੁਸਕਰਾ ਰਹੇ ਨੇ, ਜੈਕਾਰਾ ਛੱਡਦੇ ਨੇ, ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ, ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ। ਭਾਈ ਸਾਹਿਬ ਭਾਈ ਸੋਹਣ ਸਿੰਘ ਸੀਤਲ ਜੀ ਲਿਖਦੇ ਹਨ, ਕਹਿੰਦੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਚੁਫੇਰਾ, ਅੱਖਾਂ ਸਾਹਮਣੇ ਹੋ ਗਿਆ ਉਹ ਵੇਰਾ ਵੇਰਾ, ਉਂਗਲੀ ਲਾ ਕੇ ਲਹਿ ਗਿਆ ਉਹਨੂੰ ਵੀਰ ਵਡੇਰਾ, ਹੱਥਵਨ ਬੋਲੇ ਸਤਿਗੁਰੂ ਵਾ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ, ਹੁਕਮ ਰਜ਼ਾਈ ਚਲਣਾ ਜੋ ਕਰੇ ਚੰਗੇਰਾ, ਹੋਵਾਂ ਤੇਥੋਂ ਸੁਰਕਰੂ ਤਨ ਪ੍ਰਣ ਪਾਣ ਉਚੇਰਾ, ਪੰਥ ਵਸੈ ਮੈਂ ਉਜੜਾ ਮਨ ਝਾਓ ਕਨੇਰਾ, ਪੰਥ ਵਸੈ ਮੈਂ ਉਜੜਾ ਮਨ ਝਾਓ ਕਨੇਰਾ, ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜ਼ੇਰਾ, ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜ਼ੇਰਾ। ਕਹਿੰਦੇ ਸੱਚੇ ਪਾਤਸ਼ਾਹ ਤੇਰਾ ਕਿਹੋ ਜਿਹਾ ਜ਼ਿਗਰਾ ਹੈ। ਗੁਰੂ ਕੇ ਲਾਲ ਸ਼ਹੀਦ ਹੋ ਗਏ ਨੇ। ਗੁਰੂ ਸਾਹਿਬ ਜੀ ਰਾਮਿਆਣੇ ਦੀ ਧਰਤੀ ਤੇ ਪਹੁੰਚਦੇ ਨੇ, ਉੱਥੋਂ ਖਬਰ ਮਿਲ ਜਾਂਦੀ ਹੈ ਵੀ ਛੋਟੇ ਸਾਹਿਬਜ਼ਾਦੇ ਵੀ ਸ਼ਹੀਦੀ ਪਾ ਗਏ ਨੇ, ਤੇ ਗੁਰੂ ਸਾਹਿਬ ਜੀ ਉਸ ਮਾਲਿਕ ਦਾ ਸ਼ੁਕਰਾਨਾ ਕਰਦੇ ਹਨ। इन पुत्रन के शीश पर वार दिए सुत चार, चार मुए तो क्या हुआ जीवत कई हजार। ਤੇ ਉੱਥੇ ਫਤਿਹਨਾਮਾ ਲਿਖਿਆ ਜਾਂਦਾ ਜਿੱਤੀ ਚਿੱਠੀ ਜ਼ਫਰਨਾਮਾ, ਤੇ ਜ਼ਫਰਨਾਮੇ ਦੇ ਵਿੱਚ ਲਿਖਦੇ ਨੇ ਔਰੰਗਜ਼ੇਬ ਨੂੰ, ਔਰੰਗਜ਼ੇਬ ਕੀ ਹੋਇਆ ਤੂੰ ਧੋਖੇ ਦੇ ਨਾਲ, ਤੂੰ ਦੋ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ, ਦੋ ਸਰਹੰਦ ਦੀ ਗੜੀ ਵਿੱਚ ਮਾਰ ਦਿੱਤੇ ਨੇ, 40 ਕੁ ਸਿੰਘ ਮਾਰ ਦਿੱਤੇ ਨੇ ਧੋਖੇ ਦੇ ਨਾਲ, ਕੀ ਹੋਇਆ? ਪਰ ਚੇਤੇ ਰੱਖੀ ਅਜੇ ਮੇਰਾ ਪੁੱਤਰ ਖਾਲਸਾ ਜਿਉਂਦਾ ਹੈ, ਤੇਰੀ ਜੜ੍ਹਾਂ ਨੂੰ ਪੁੱਟ ਕੇ ਰੱਖ ਦੇਵੇਗਾ। ਨਾ ਤੈਨੂੰ ਉਸ ਖੁਦਾ ਤੇ ਯਕੀਨ ਹੈ, ਨਾ ਤੈਨੂੰ ਕੁਰਾਨ ਸ਼ਰੀਫ ਤੇ ਯਕੀਨ ਹੈ। ਗੁਰੂ ਸਾਹਿਬ ਜੀ ਲਿਖਦੇ ਨੇ ਜ਼ਫਰਨਾਮੇ ਦੇ ਵਿੱਚ, ਨਾ ਈਮਾਨ ਪ੍ਰਸਤੀ ਨਾ ਔਜ਼ਾਇਦੀ, ਨਾ ਤੂੰ ਈਮਾਨ ਦਾ ਪੱਕਾ ਹੈ, ਨਾ ਤੂੰ ਖੁਦਾ ਤੇ ਵਿਸ਼ਵਾਸ ਕਰਦਾ ਹੈ, ਨਾ ਸਾਹਿਬ ਸਨਾਸੀ, ਨਾ ਮੁਹੰਮਦ ਯਕੀਨ, ਨਾ ਤੈਨੂੰ ਖੁਦਾ ਦੀ ਬੰਦਗੀ ਤੇ ਯਕੀਨ ਹੈ, ਨਾ ਮੁਹੰਮਦ ਸਾਹਿਬ ਤੇ। ਤੇਰੇ ਬੰਦੇ ਕਸਮਾਂ ਖਾ ਕੇ ਮੁੱਕਰ ਗਏ ਨੇ। ਤੇ ਉਹ ਲਿਖਦੇ ਨੇ ਗੁਰੂ ਸਾਹਿਬ ਜੀ, ਚੂਕਾਰ ਅਜ਼ਹਮਾ ਹੀਲ ਤੇ ਦਰਗੁਜਸਤ, ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰੇ ਦਸਤ, ਕਿ ਮੇਰੀ ਜਿਹੜੀ ਸ਼ਮਸ਼ੀਰ ਫੜੀ ਹੈ ਉਹ ਕੇਵਲ ਤੇ ਕੇਵਲ ਮਜ਼ਲੂਮਾਂ ਦੀ ਰੱਖਿਆ ਦੇ ਲਈ। ਸੋ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਏਡਾ ਵੱਡਾ ਜ਼ਿਕਰਾ। ਇੱਕ ਕਵੀ ਲਿਖਦਾ ਹੈ ਕਿ ਬਹੁਤ ਆਏ ਨੇ ਸੰਸਾਰ ਵਿੱਚ, ਪਰ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਵਰਗਾ ਕੋਈ ਨਹੀਂ ਆਇਆ। ਕਹਿੰਦੇ ਬਹੁਤ ਸਾਰੇ ਆਏ ਨੇ। ਭਗਵਾਨ ਰਾਮਚੰਦਰ 4 ਭਰਾ ਨੇ, 2 ਘਰ ਹਨ, ਦੋਨੋਂ ਬਨਵਾਸ ਹੋ ਗਿਆ ਹੈ। ਕਹਿੰਦੇ ਦਸ਼ਰਥ ਜਿਹੜਾ ਉਸ ਵੇਲੇ ਮਹਿਲਾਂ ਵਿੱਚ ਡਿੱਗ ਕਰਕੇ ਉਸਨੇ ਪ੍ਰਾਣ ਤਿਆਗ ਦਿੱਤੇ। ਦ੍ਰੋਣਾਚਾਰਿਆ ਜਿਸਨੇ ਭੀਮ, ਅਰਜੁਨ, ਯੁਧਿਸ਼ਠਰ, ਦੁਰਯੋਧਨ ਵਰਗੇ ਸੂਰਮਾ ਪੈਦਾ ਕੀਤੇ, ਬਹੁਤ ਵੱਡਾ ਸੂਰਮਾ, ਜਦੋਂ ਉਸਨੂੰ ਪਤਾ ਲੱਗਿਆ ਮੇਰਾ ਪੁੱਤਰ ਅਸ਼ਵਥਾਮਾ ਮਾਰਿਆ ਗਿਆ ਹੈ, ਜਦਕਿ ਉੱਥੇ ਹਾਥੀ ਮਾਰਿਆ ਗਿਆ ਸੀ, ਤੇ ਉਸ ਪੁੱਤਰ ਦੇ ਵਿਯੋਗ ਦੇ ਵਿੱਚ ਉਸਨੇ ਆਪਣੇ ਜਿਹੜੇ ਧਨੁਸ਼ ਬਾਣ ਛੱਡ ਦਿੱਤੇ, ਪ੍ਰਾਣ ਤਿਆਗ ਦਿੱਤੇ ਨੇ। ਤੀਸਰਾ ਕਹਿੰਦੇ ਇੱਕ ਹੋਇਆ ਹੈ ਵਸਿਸ਼ਠ ਮੁਨੀ, ਇਸ ਨੂੰ ਬ੍ਰਹਮ ਗਿਆਨੀ ਕਰਕੇ ਜਾਣਿਆ ਜਾਂਦਾ ਹੈ, ਬ੍ਰਹਮ ਮੁਨੀ ਕਰਕੇ ਜਾਣਿਆ ਜਾਂਦਾ ਹੈ, ਜਿਸ ਨੇ ਭਗਵਾਨ ਰਾਮਚੰਦਰ ਨੂੰ ਸਿੱਖਿਆ ਦਿੱਤੀ। ਭਗਵਾਨ ਰਾਮਚੰਦਰ ਦਾ ਇਹ ਜਿਹੜਾ ਗੁਰੂ ਹੋਇਆ ਹੈ, 100 ਪੁੱਤਰ ਸਨ ਵਸਿਸ਼ਠ ਰਿਸ਼ੀ ਦੇ, ਜਿਨ੍ਹਾਂ ਨੂੰ ਵਿਸ਼ਵਾਮਿਤਰ ਨੇ ਮਾਰ ਦਿੱਤਾ। ਤੇ ਜਦੋਂ ਪਤਾ ਲੱਗਿਆ ਮੇਰੇ ਪੁੱਤਰ ਜੇ ਚਲੇ ਗਏ ਨੇ ਦੁਨੀਆ ਨੂੰ ਛੱਡ ਕਰਕੇ, ਤੇ ਆਪਣੇ ਸਰੀਰ ਤੇ ਪੱਥਰ ਬੰਨਦਾ ਹੈ, ਤੇ ਪੱਥਰ ਬੰਨ ਕਰਕੇ ਵਿਆਸ ਨਦੀ ਵਿੱਚ ਉਛਾਲ ਮਾਰ ਦਿੰਦਾ ਹੈ। ਇੱਕ ਕਵੀ ਲਿਖਦਾ ਹੈ, 2 ਪੁੱਤਰ ਰਹੇ ਘਰ ਬਨ ਕੋ ਸਿਧਾਰੇ ਦੋ, 2 ਪੁੱਤਰ ਰਹੇ ਘਰ बन को सिधारे दो, दशरथ जी ने गिर कर प्राण को निकारा है, अश्वत्थामा हतो द्रोणा ने प्राण त्यागे, अश्वत्थामा हतो द्रोणा ने प्राण त्यागे, नर और कुंचर का भेद ना जाना है। 100 पुत्र हुए वशिष्ठ मुनि ज्ञानी जी के, तन पाथर बांध तन व्यासी में डारा है, ऐसा कोई ना जन्मया जहान विच खालसा जी, ऐसा कोई ना जन्मया जहान विच खालसा जी। 4 पुत्र वार के भी शुक्र गुजारा है, 4 पुत्र वार के भी शुक्र गुजारा है। 4 पुत्र चले गए ने, फिर भी उस मालिक का शुकराना करते पे हैं। धन गुरु गोबिंद सिंह कलगीधर पातशाह महाराज। एक मन दे विच सवाल आउंदा है, कुछ संगतां भी सवाल करदियां ने, नाम दे इन्ने रसीए, नाम जपण वाले वो सिंह शहीदियां क्यों पा गए? भाई गुरदास जी की एक बड़ी सुंदर वार है। वो पानी नूं पुछदे ने, पानी मैनूं एक गल दस, तेरे विच जदों असीं पत्थर सुट्टदे हां
ਤੇ ਉਹ ਪੱਥਰ ਨੂੰ ਤੂੰ ਡੋਬ ਲੈਂਦਾ ਹੈ, ਲੋਹਾ ਸੁੱਟਦਿਆਂ, ਕਿੱਲ ਸੁੱਟਦਿਆਂ ਉਹਨੂੰ ਵੀ ਤੂੰ ਡੋਬ ਲੈਂਦਾ ਹੈ, ਪਰ ਲੱਕੜ ਨੂੰ ਕਿਉਂ ਨਹੀਂ ਡੋਬਦਾ? ਤਾਂ ਸਾਹਿਬ ਜੀ ਆਖਦੇ ਨੇ, ਕਹਿੰਦੇ ਉਹ ਪਾਣੀ ਜਿਹੜਾ ਜਵਾਬ ਦਿੰਦਾ ਹੈ, ਕਹਿੰਦੇ ਉਸ ਲੱਕੜ ਨੂੰ ਮੈਂ ਬੂੰਦ ਬੂੰਦ ਕਰਕੇ ਸਿੰਜਿਆ, ਉਸ ਨੂੰ ਕਿਵੇਂ ਡੋਬ ਸਕਦਾ? ਇਹੋ ਜਿਹਾ ਵੀ ਸਮਾਂ ਆਇਆ ਜਿਹੜੇ 40 ਸਿੰਘ ਵਿਦਾਵਾ ਲਿਖ ਕੇ ਦੇ ਗਏ ਸਨ, ਪਰ ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਗਲ ਵਕੜੀ ਵਿੱਚ ਲਾਇਆ ਤੇ ਉਹਨਾਂ ਨੂੰ ਖਿਤਾਬ ਬਖਸ਼ਿਸ਼ ਕੀਤੇ। ਇਹ ਮੇਰਾ 10,000 ਹੀ ਹੈ, ਇਹ ਮੇਰਾ 20,000 ਹੀ ਹੈ, ਇਹ ਮੇਰਾ 40,000 ਹੀ ਹੈ, ਖਿਤਾਬ ਬਖਸ਼ਿਸ਼ ਕਰਦੇ ਪਏ ਨੇ। ਕਿਉਂਕਿ ਵਿਦਾਵਾ ਸਿਰਫ ਸਿੱਖ ਪਾਸੋਂ ਸੀ, ਗੁਰੂ ਵਾਲੇ ਪਾਸੋਂ ਨਹੀਂ। ਗੁਰੂ ਸਾਹਿਬ ਤੇ ਹਮੇਸ਼ਾ ਮਾਂ ਵਾਂਗ ਪਿਆਰ ਕਰਦੇ ਨੇ। ਤੇ ਪਾਣੀ ਜਵਾਬ ਦਿੰਦਾ ਹੈ, ਕਹਿੰਦੇ ਮੈਂ ਉਸ ਨੂੰ ਬੂੰਦ ਬੂੰਦ ਕਰਕੇ ਸਿੰਜਿਆ, ਮੈਂ ਉਸ ਪਾਣੀ ਨੂੰ, ਉਸ ਲੱਕੜ ਨੂੰ ਕਿਵੇਂ ਡੋਬ ਸਕਦਾ? ਕਹਿੰਦੇ ਉਸ ਦੀ ਜਦੋਂ ਬੇੜੀ ਬਣਾਈ ਜਾਂਦੀ ਹੈ, ਉਸ ਤੇ ਲੋਹਾ ਵੀ ਹੈ, ਪੱਥਰ ਵੀ ਹੈ, ਤੂੰ ਉਸ ਨੂੰ ਵੀ ਤਾੜ ਦਿੰਦਾ ਹੈ। ਕਹਿੰਦੇ ਮੇਰੇ ਜਿਹੜੇ ਸਿੱਖ ਨੇ ਜਦੋਂ ਮੇਰੇ ਦਰ ਤੇ ਆਉਂਦੇ ਨੇ, ਮੈਂ ਉਹਨਾਂ ਨੂੰ ਵੀ ਤਾੜ ਦਿੰਦਾ। ਫਿਰ ਅੱਗੇ ਜਵਾਬ ਦਿੰਦਾ ਹੈ, ਇੱਕ ਹੋਰ ਸਵਾਲ ਪੁੱਛਦਾ ਹੈ ਵੀ ਤੂੰ ਚੰਦਨ ਨੂੰ ਕਿਉਂ ਡੋਬ ਲੈਂਦਾ ਹੈ? ਤੇ ਕਹਿੰਦੇ ਚੰਦਨ ਇਸ ਕਰਕੇ ਕਿਉਂਕਿ ਜਿਹੜੇ ਚੰਦਨ ਦੇ ਖਰੀਦਦਾਰ ਨੇ, ਜਦੋਂ ਉਸ ਨੂੰ ਖਰੀਦਦੇ ਨੇ ਤੇ ਪਹਿਲੇ ਪਾਣੀ 'ਚ ਸੁੱਟਦੇ ਨੇ, ਉਹ ਡੁੱਬ ਜਾਂਦੀ ਹੈ, ਤਾਂ ਕਿ ਉਹ ਨਿਰਮੋਲਤਾ, ਉਸ ਦੀ ਜਿਹੜੀ ਅਮੋਲਕਤਾ ਪਤਾ ਲੱਗਦੀ ਵੀ ਇਹ ਜਿਹੜੀ ਚੰਦਨ ਹੈ ਇਹ ਅਸਲ ਹੈ, ਇਹ ਅਮੋਲਕ ਵਸਤੂ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਵਾਰ ਲਿਖਦੇ ਨੇ, ਪਾਣੀ ਕਾਠ ਨਾ ਡੋਬਈ ਪਾਣੀ ਦੀ ਲੱਜੈ, ਸਿਰ ਕਰਵਤ ਤਾਰਾਇ ਕੈ ਸਿਰ ਚੜਿਆ ਭੱਜੈ, ਲੋਹੇ ਜੜੀਏ ਬੋਹਿ ਥਾ ਭਾਰ ਭਰੇ ਨਾ ਤਜੈ, ਪੇਟੈ ਅੰਦਰ ਅਗ ਰਖ ਤਿਸ ਪੜਦਾ ਕੱਜੈ, ਅਗਰ ਡੋਬੈ ਜਾਣ ਕੇ ਨਿਰਮੋਲਕ ਧਜੈ, ਗੁਰਮੁਖ ਮਾਰਗ ਚਲਣਾ ਛੱਡ ਖੱਬੇ ਸੱਜੈ। ਜਿਹੜੇ ਗੁਰਮੁਖ ਨੇ, ਜਿਹੜੇ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ, ਤੇ ਸਤਿਗੁਰੂ ਜੀ ਚੰਦਨ ਦੇ ਵਾਂਗ ਉਸ ਨੂੰ ਪਿਆਰ ਕਰਦੇ ਹਨ। ਉਹਨਾਂ ਦੀ ਨਿਰਮੋਲਕਤਾ ਨੂੰ ਜਿਤਾਉਣ ਵਾਸਤੇ ਸਤਿਗੁਰੂ ਜੀ ਉਹਨਾਂ ਤੇ ਬਖਸ਼ਿਸ਼ਾਂ ਕਰਦੇ ਹਨ। ਤੇ ਸਤਿਗੁਰੂ ਜੀ ਇੱਕ ਮਾਂ ਵਾਂਗ ਪਿਆਰ ਕਰਦੇ ਨੇ। ਜਿਉ ਜਨਨੀ ਸੁਤ ਪਾਲਤੀ, ਜਿਉ ਜਨਨੀ ਸੁਤ ਜਣ ਪਾਲਤੀ, ਰਾਖੇ ਨਦਰ ਮਝਾਰ, ਅੰਤਰ ਬਾਹਰ ਮੁਖ ਦੇ ਗਰਾਸ, ਖਿਨ ਖਿਨ ਪਹੁੰਚਾਰ, ਤਿਉ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਤਿਉ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਗੁਰੂ ਜਿਹੜਾ ਹੈ ਉਹ ਮਾਂ ਵਾਂਗ ਪਿਆਰ ਕਰਦਾ ਹੈ। ਤੇ ਸਾਨੂੰ ਲੋੜ ਹੈ ਐਸੇ ਦੀਨ ਦਿਆਲ ਸਤਿਗੁਰਾਂ ਦੇ ਦਰ ਤੇ ਆ ਕਰਕੇ ਜੋਦੜੀ ਕਰਨ ਦੀ। ਉਹ ਜਿਹੜੇ 40 ਮੁਕਤੇ ਸਨ, ਜਿਨ੍ਹਾਂ ਨੇ ਤੇ ਕੇਵਲ ਕਾਗਜ਼ ਤੇ ਜਿਹੜਾ ਵੇਦਾਵਾ ਲਿਖਿਆ ਸੀ, ਅੱਜ ਅਸੀਂ ਆਪਣੇ ਮੂੰਹ ਤੇ ਆਪਣੇ ਕਰਮਾਂ ਦਾ ਵੇਦਾਵਾ ਲਿਖੀ ਫਿਰਦੇ ਹਾਂ। ਗੁਰੂ ਸਾਹਿਬ ਜੀ ਸਾਨੂੰ ਕਿਵੇਂ ਬਖਸ਼ਣਗੇ? ਜੇ ਸੱਚਮੁੱਚ ਗੁਰੂ ਦਾ ਪਰਬ ਮਨਾਉਣਾ ਹੈ ਤੇ ਸੱਚਮੁੱਚ ਗੁਰੂ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰੀਏ। ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਖੰਡੇ ਬਾਟੇ ਦੇ ਪਾਹੁਲ ਛਕ ਕਰਕੇ ਗੁਰੂ ਵਾਲੇ ਬਣੀਏ, ਤਾਂ ਕਿ ਸਤਿਗੁਰੂ ਦੇ ਦਰ ਤੇ ਉਹ ਅਸੀਂ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਕਿਉਂਕਿ ਸਾਹਿਬ ਜੀ ਵਚਨ ਕਰਦੇ ਨੇ, ਸਿੱਖ ਪਿਆਰੋ ਮੁਝ ਕੋ, ਜਿਹੜਾ ਸਿੱਖ ਮੈਨੂੰ ਪਿਆਰਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰੋ ਨਾ, ਕਿ ਰਹਿਤ ਮੈਨੂੰ ਪਿਆਰੀ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਸਾਨੂੰ ਸਾਰਿਆਂ ਨੂੰ ਸੋਝੀ ਬਖਸ਼ਣ, ਤਾਂ ਕਿ ਸੱਚਮੁੱਚ ਐਸੇ ਦੀਨ ਦਿਆਲ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜੋ ਅਸੀਂ ਮਨਾਉਣ ਵਾਸਤੇ ਬੈਠੇ ਹਾਂ, ਗੁਰੂ ਦੇ ਹੁਕਮ ਅਨੁਸਾਰ ਜੀਵਨ ਜੀ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਸਤਿਗੁਰਾਂ ਦਾ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅੰਤ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।